ਜਲ ਸਾਹਿਬ ਗੱਲ ਕਰੀਏ ਤੁਹਾਡੇ ਅੱਜ ਦੇ ਟਵੀਟ ਨੇ ਪੰਜਾਬ ਦੀ ਸਿਆਸਤ ਗਰਮਾ ਦਿੱਤੀ ਹੈ ਕੀ ਇਹਦੇ ਪਿੱਛੇ ਮਨਸ਼ਾ ਜਿਸ ਤਰ੍ਹਾਂ ਤੁਸੀਂ ਬਕਾਇਦਾ ਸੀਨੀਅਰ ਲੀਡਰਸ਼ਿਪ ਦਾ ਨਾਂ ਲੈ ਕੇ ਜਿਹੜਾ ਟਵੀਟ ਕੀਤਾ ਹੈਗਾ। ਦੇਖੋ ਤੁਸੀਂ ਇਲੈਕਸ਼ਨਸ ਦੇ ਦੌਰਾਨ ਦੇਖਿਆ ਹੋਣਾ ਕਿ ਰਾਜਾ ਵੜਿੰਗ ਨੇ ਹੁਣ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰੈਜ਼ੀਡੈਂਟ ਬਣੇ ਆ। ਉਹਨਾਂ ਨੇ ਹਰ ਇੱਕ ਸਟੇਜ ਤੇ ਇਹ ਕਿਹਾ ਸੀ ਕਿ ਬਠਿੰਡਾ ਤੋਂ ਲੈ ਕੇ ਤੇ ਜਲਾਲਾਬਾਦ ਤੱਕ ਸਾਰੇ ਬਾਦਲਾਂ ਨੂੰ ਹਰਾ ਦਿਓ। ਚਲੋ ਜੇ ਤੁਸੀਂ ਅਕਾਲੀ ਦਲ ਦੇ ਖਿਲਾਫ ਕਹਿ ਰਹੇ ਹੋ ਸਹੀ ਹੈ, ਪਰ ਵਾਰੀ ਮਨਪ੍ਰੀਤ ਜੀ ਬਾਰੇ ਕਹਿਣਾ, ਵਾਰੀ ਇਹ ਕਹਿਣਾ ਕਿ ਬਠਿੰਡੇ ਤੋਂ ਖਾਸ ਕਰ ਇਹ ਪਾਰਟੀ ਦੇ ਵਿੱਚ ਹੁੰਦੇ ਹੋਏ ਇੱਕ ਮੌਜੂਦਾ ਪਹਿਲਾਂ ਉਹ ਸਾਬਕਾ ਯੂਥ ਦੇ ਪ੍ਰਧਾਨ ਰਹੇ ਹੈ, ਪੋਜੀਸ਼ਨ 'ਚ ਵੀ ਰਹੇ ਹੈ, ਉਦੋਂ ਮੌਜੂਦਾ ਟਰਾਂਸਪੋਰਟ ਮਿਨਿਸਟਰ ਸੀ। ਇਹੋ ਜਿਹੀ ਇਰਰਿਸਪੋਂਸਿਬਲ ਸਟੇਟਮੈਂਟ ਦੇਣਾ ਪਾਰਟੀ ਨੂੰ ਇਹਦਾ ਡੈਮੇਜ ਪਹੁੰਚਦਾ। ਲੋਕਾਂ ਨੂੰ ਇਹ ਮੈਸੇਜ ਜਾ ਰਿਹਾ ਸੀ ਇਹਦੇ ਵੀ ਪਾਰਟੀ 'ਚ ਫੁੱਟ ਬਹੁਤ ਜ਼ਿਆਦਾ ਹੈਗੀ। ਚਲੋ ਉਹਦੇ ਇਸ ਵਿੱਚ ਇੱਕ ਵਾਰ ਵੀ ਮਨਪ੍ਰੀਤ ਜੀ ਵੱਲੋਂ ਕੋਈ ਬਿਆਨ ਨਹੀਂ ਗਿਆ ਜਾਂ ਮਨਪ੍ਰੀਤ ਜੀ ਨੇ ਅਸੀਂ ਜ਼ਰੂਰ ਹਰੀਸ਼ ਚੌਧਰੀ ਜੀ ਨੂੰ ਇਹ ਕਿਹਾ। ਫਿਰ ਆਸ਼ੂ ਜੀ ਦਾ ਆ ਗਿਆ ਇੱਕ ਵੀਡੀਓ ਵਾਇਰਲ ਹੋ ਗਈ ਕਿ ਮਨਪ੍ਰੀਤ ਬਾਦਲ ਨੂੰ ਹਰਾ ਦਿਓ, ਕਿ ਮਨਪ੍ਰੀਤ ਬਾਦਲ ਨੂੰ ਹਰਾਓ। ਕਿਸੇ ਬੰਦੇ ਨਾਲ ਦੀ ਗੱਲ ਚੱਲ ਰਹੀ ਸੀ, ਬੜਾ ਵਾਇਰਲ ਹੈ, ਤੁਹਾਨੂੰ ਵੀ ਪਤਾ, ਬੜਾ ਆਡੀਓ ਵਾਇਰਲ ਹੋ ਰਿਹਾ ਸੀ। ਕੋਈ ਐਕਸ਼ਨ ਨਹੀਂ ਲਿੱਤਾ ਕਾਂਗਰਸ ਨੇ। ਚਲੋ ਇਲੈਕਸ਼ਨਸ ਹੋਏ, ਵੋਟਾਂ ਪੈ ਗਈਆਂ, ਅਸੀਂ ਹਾਰ ਗਏ, ਲੋਕਾਂ ਨੇ ਗੁੱਸਾ ਕੱਢਣਾ ਸੀ, ਸਾਡੇ 'ਤੇ ਕੱਢ ਲਿਆ, ਉਹ ਜਿੱਤ ਗਏ, ਉਹ ਪ੍ਰੈਜ਼ੀਡੈਂਟ ਬਣ ਗਏ। ਜਦੋਂ ਇਹ ਚਿੰਤਨ ਜਿਹੜਾ ਉਦੈਪੁਰ ਇਹਨਾਂ ਨੇ ਕੀਤਾ ਤੇ ਸਾਨੂੰ ਇਹ ਸੀ ਵੀ ਇਹ ਗੱਲਾਂ ਐਡਰੈਸ ਹੋਣਗੀਆਂ ਕਿ ਕੀ ਤੁਸੀਂ ਜਦੋਂ ਕੋਈ ਬੰਦਾ ਪਾਰਟੀ ਦੇ ਖਿਲਾਫ ਬੋਲਦਾ ਹੈ ਉਸ ਇਸ਼ੂ ਨੂੰ ਐਡਰੈਸ ਕਰਨਾ ਚਾਹੀਦਾ ਹੈ ਕਿ ਨਹੀਂ ਕਰਨਾ ਚਾਹੀਦਾ। ਪਰ ਜਦੋਂ ਪਾਰਟੀ ਕਿਸੇ ਨੂੰ ਪੋਜੀਸ਼ਨ ਦੇ ਦਿੰਦੀ ਹੈ ਫਿਰ ਮੈਸੇਜ ਤਾਂ ਇਹੀ ਜਾਂਦਾ ਹੈ। ਮੈਂ ਤਾਂ ਉਹ ਜਿਹੜਾ ਟਵੀਟ ਕੀਤਾ ਇੱਕ ਵਰਕਰ ਵਜੋਂ ਕੀਤਾ ਕਿ ਮੈਨੂੰ ਕੀ ਮੈਸੇਜ ਜਾਂਦਾ ਕਿ ਤੁਸੀਂ ਕੋਈ ਕਿਸੇ ਵੀ ਮਿਨਿਸਟਰ ਦੇ ਖਿਲਾਫ, ਫਿਰ ਤਾਂ ਆਪਾਂ ਵਰਕਰਾਂ ਨੂੰ ਲਗਾਮ ਛੱਡ ਦਿਓ, ਕੋਈ ਕਿਸੇ ਦੇ ਖਿਲਾਫ ਬੋਲੀ ਜਾਵੇ, ਫਿਰ ਡਿਸਪਲਿਨ ਕੀ ਹੋਊਗਾ ਕਿ ਜਿਹੜੇ ਬੰਦੇ ਨੇ ਇੱਕ ਸਾਬਕਾ ਮੰਤਰੀ, ਉਦੋਂ ਮੌਜੂਦਾ FMC ਨੰਬਰ 2 ਦੀ ਪੋਜੀਸ਼ਨ ਹੁੰਦੀ ਹੈ FMC, ਪਰ ਤੁਹਾਡੇ ਕੁਲੀਗ ਹੀ ਤੁਹਾਡੇ ਖਿਲਾਫ ਕਹਿ ਰਹੇ ਕਿ ਵੋਟ ਨਾ ਪਾਓ, ਉਹਨਾਂ ਖਿਲਾਫ ਕੋਈ ਐਕਸ਼ਨ ਨਹੀਂ ਹੁੰਦਾ। ਜਾਖੜ ਸਾਹਿਬ ਨੂੰ ਕੋਈ ਇਹ ਨਹੀਂਗਾ ਕਿ ਮੈਂ ਜਾਖੜ ਸਾਹਿਬ ਦਾ ਵਕੀਲ ਹੈਗਾ, ਪਰ 2 ਡਿਫਰੈਂਟ ਮੈਸੇਜ ਵਰਕਰਸ ਨੂੰ ਪੰਜਾਬ ਵਿੱਚ ਗਏ ਕਿ ਇੱਕ ਦੇ ਖਿਲਾਫ ਐਕਸ਼ਨ ਲੈਤਾ, ਸਸਪੈਂਡ ਕਰਤਾ, ਇਹਨਾਂ ਨੂੰ ਪ੍ਰਧਾਨ ਬਣਾਤਾ। ਵੋਟਾਂ ਪੈਣ ਤੋਂ ਬਾਅਦ ਸਭ ਤੋਂ ਪਹਿਲਾ ਬਿਆਨ ਜਿਹੜੇ ਮੌਜੂਦਾ ਪ੍ਰਧਾਨ ਹੈ ਵੜਿੰਗ ਸਾਹਿਬ ਦਾ ਇਹ ਆਇਆ ਸੀ ਕਿ ਸਿੱਧੂ ਤੇ ਚੰਨੀ ਸਾਹਿਬ ਨੂੰ ਪਾਰਟੀ 'ਚੋਂ ਕੱਢਿਆ ਜਾਵੇ। ਕੀ ਇਹਨਾਂ ਕੋਲ ਇਖਤਿਆਰ ਸੀ ਇਹ ਬਿਆਨ ਦਿੰਦੇ, ਫਿਰ ਕਿਉਂ ਨਹੀਂ ਐਕਸ਼ਨ ਲਿੱਤਾ? ਅਸੀਂ ਇਹ ਕਹਿੰਦੇ ਵੀ ਪਾਰਟੀ ਕੋਈ ਡਾਇਰੈਕਸ਼ਨ ਦੇਵੇ ਕਿ ਜੇ ਉੱਥੇ ਉਦੈਪੁਰ ਇਕੱਠੇ ਹੋਏ ਸੀ ਸਹੁੰ ਖਾਂਦੇ ਵੀ ਅੱਜ ਤੋਂ ਬਾਅਦ ਅਸੀਂ ਇੱਕ ਦੂਜੇ ਦੇ ਖਿਲਾਫ ਇਹ ਬਿਆਨਬਾਜ਼ੀ ਨਹੀਂ ਕਰਾਂਗੇ, ਅਤੇ ਜੇ ਬਿਆਨਬਾਜ਼ੀ ਦੇ ਕੇ ਹੀ ਚੌਧਰਾ ਮਿਲਣੀ ਹੈ ਫਿਰ ਸਾਨੂੰ ਵੀ ਖੁੱਲ੍ਹੀ ਲਗਾਮ ਦੇ ਦਿਓ, ਫਿਰ ਅਸੀਂ ਵੀ ਸ਼ੁਰੂ ਹੋ ਜਾਂਦੇ ਹਾਂ। ਹਾਂਜੀ, ਤੁਸੀਂ ਉਦੈਪੁਰ ਜਿਹੜਾ ਸ਼ਿਵਰ ਆ ਉਹਦੇ ਸਵਾਲ ਉਠਾਏ ਨੇ। ਇੱਕ ਦੋ ਪਹਿਲਾਂ ਵੀ ਤੁਹਾਡਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਅਤੇ ਰਾਜਾ ਵੜਿੰਗ ਦਾ ਜਿਹੜਾ ਡਿਫਰੈਂਸ ਚੱਲਦੇ ਰਹੇ, ਇੱਕ ਦੂਜੇ ਖਿਲਾਫ ਜਿਹੜਾ ਹੈਗਾ ਆਪਾਂ ਕਹਿ ਦਈਏ ਖੁੱਲ੍ਹ ਕੇ ਸਟੇਟਮੈਂਟ ਇਲੈਕਸ਼ਨ ਦੌਰਾਨ ਵੀ ਚੱਲਦੀਆਂ ਰਹੀਆਂ ਹੈਗੀਆਂ। ਸਾਡੀ ਕੋਈ ਨਹੀਂ ਆਈ, ਵੜਿੰਗ ਸਾਹਿਬ ਦੀਆਂ ਆਉਂਦੀਆਂ ਰਹੀਆਂ ਖੁੱਲ੍ਹ ਕੇ ਸ਼ਰੇਆਮ ਹੀ। ਕਿਤੇ ਨਾ ਕਿਤੇ ਉਹਨਾਂ ਨੇ ਤੁਹਾਨੂੰ ਦੋਸ਼ੀ ਵੀ ਠਹਿਰਾਇਆ ਵੀ ਪਾਰਲੀਮੈਂਟ ਚੋਣਾਂ ਦੇ ਵਿੱਚ ਜਿਹੜਾ ਸਾਡੇ ਹਾਰ ਦਾ ਕਾਰਨ। ਹਾਂਜੀ ਦੇਖੋ ਕਿਸ ਤਰ੍ਹਾਂ ਦੇਖਦੇ ਉਹਦੇ 'ਚ ਇਹ ਹੈ ਕਿ ਡਿਊਰਿੰਗ ਇਲੈਕਸ਼ਨਸ ਕੁਛ ਨਹੀਂ ਬੋਲੇ। ਤੁਸੀਂ ਸਵਾਲ ਉਦੋਂ ਉਠਾਓ 2019 ਜਦੋਂ ਇਲੈਕਸ਼ਨ ਚੱਲ ਰਿਹਾ ਸੀ, ਜਿੰਨਾ ਚਿਰ ਗਿਣਤੀ ਨਹੀਂ ਹੋਈ ਕੋਈ ਕੁਛ ਨਹੀਂ ਬੋਲਿਆ। ਗਿਣਤੀ ਮੁੱਕਦੀ ਨਹੀਂ, ਹਫ਼ਤੇ ਬਾਅਦ ਸ਼ੁਰੂ ਕਰ ਦੇਣਾ ਬੋਲਣਾ ਕਿ ਸੰਤਾ ਹਰਾਉਣ 'ਚ ਇਹਨਾਂ ਦਾ ਹੱਥ ਸੀ। ਡਿਊਰਿੰਗ ਇਲੈਕਸ਼ਨਸ ਕੀ ਹੁੰਦਾ ਜੀ, ਇਹ ਕੋਈ ਵੀ ਗੱਲ ਗੁੱਝੀ ਨਹੀਂ ਰਹਿੰਦੀ, ਕੋਈ ਵੀ ਗੱਲ। ਤੁਸੀਂ ਅਕਸਰ ਮੈਂ ਮੈਸੇਜ ਪਹੁੰਚਾਉਣਾ ਜਾਂ ਮਨਪ੍ਰੀਤ ਜੀ ਨੇ ਚਲੋ ਮੈਨੂੰ ਮੈਸੇਜ ਦੇ ਦਿੱਤਾ, ਮੈਂ ਅਗਾਂਹ ਵਰਕਰਾਂ ਨੂੰ ਮੈਸੇਜ ਪਹੁੰਚਾਉਣਾ, ਕਿਸੇ ਨਾ ਕਿਸੇ ਦਾ ਕੰਨ 'ਚ ਫੂਕ ਮਾਰਾਂਗੇ ਨਾ ਭਾਈ ਤੁਸੀਂ MC ਹੋ। ਹੁਣ ਆਪਣੇ ਦਫ਼ਤਰ ਇਸ ਵੇਲੇ 2 MC ਬੈਠੇ ਆ, ਇਹ ਇਹਨਾਂ ਨੂੰ ਮੈਂ ਜਾ ਕੇ ਕਹਿ ਦਿੰਦਾ ਕਿ ਯਾਰ ਆਦੀ ਸਪੀਡ ਘਟਾ ਲਓ, ਆਪਾਂ ਤਾਂ ਰਾਜੇ ਵੜਿੰਗ ਨੂੰ ਹਰਾਉਣਾ, ਬੂਥ 'ਤੇ ਨਾ ਜਾਓ। ਇਸ਼ਾਰਾ ਕੀ ਹੁੰਦਾ, ਪੋਲਿੰਗ ਏਜੰਟ ਨਾ ਬੈਠੇ ਹੋਣ ਤੁਹਾਡੇ ਉਸ ਦਿਨ ਬੂਥ ਹੀ ਨਾ ਲੱਗਣ ਕਿ ਜੀ ਲੋਕਲ MLA ਇੰਟਰਸਟ ਨਹੀਂ ਲੈ ਰਿਹਾ। ਕੋਈ ਮੈਂ ਕਹਿੰਦਾ ਇੱਕ ਵਰਕਰ ਖੜ੍ਹਾ ਹੋ ਕੇ ਕਹਿ ਦੇ ਕਾਂਗਰਸ ਦਾ ਕਿ ਸਾਨੂੰ ਮਨਪ੍ਰੀਤ ਬਾਦਲ ਨੂੰ ਇਸ਼ਾਰਾ ਸੀ ਕਿ ਰਾਜੇ ਵੜਿੰਗ ਨੂੰ ਅਸੀਂ ਪੋਲੀਟਿਕਸ ਹੀ ਛੱਡ ਦਿਆਂਗੇ। ਤੁਹਾਨੂੰ ਲੱਗਦਾ ਤੁਹਾਡੀ ਇਸ ਸਟੇਟਮੈਂਟ ਨਾਲ ਕਿਤੇ ਨਾ ਕਿਤੇ ਕਾਂਗਰਸ ਦਾ ਨੁਕਸਾਨ ਹੋਏਗਾ, ਜਿਸ ਤਰ੍ਹਾਂ ਦੇ ਤੁਸੀਂ ਰਾਤ ਟਵੀਟ ਕੀਤਾ ਹੈਗਾ? 2 ਵੱਖੋ ਵੱਖਰੇ ਮੈਂ ਕਾਂਗਰਸ ਪਾਰਟੀ ਦੇ ਖਿਲਾਫ ਨਹੀਂ ਲਿਖਿਆ ਜੀ, ਮੈਂ ਰਾਜੇ ਵੜਿੰਗ ਦੇ ਖਿਲਾਫ ਨਹੀਂ ਲਿਖਿਆ। ਮੈਂ ਇੱਕ ਸਵਾਲ ਕੀਤਾ ਉਹਨਾਂ ਨੂੰ ਕਿ ਤੁਸੀਂ ਪਲੀਜ਼ ਕੋਈ ਡਾਇਰੈਕਸ਼ਨ ਦਿਓ ਕਿ ਕੀ
ਕਿਸੇ ਆਪਦੇ ਨਾਲ ਦੇ ਪਾਰਟੀ ਦੇ ਬੰਦਿਆਂ ਦੇ ਖਿਲਾਫ ਬੋਲਣ ਨੂੰ ਸਾਨੂੰ ਕੋਈ ਅਹੁਦੇ ਮਿਲਣਗੇ ਕਿ ਨਹੀਂ ਮਿਲਣਗੇ? ਮੈਂ ਤਾਂ ਇੱਕ ਆਪਦੇ 'ਤੇ ਪਾਇਆ ਕਿ ਮੈਂ ਇੱਕ ਵਰਕਰ ਹਾਂ, ਮੈਨੂੰ ਖੁੱਲ੍ਹੀ ਛੁੱਟੀ ਹੈਗੀ ਹੈ ਕਿਸੇ ਦੇ ਖਿਲਾਫ ਬੋਲਣ, ਕਿਉਂਕਿ ਇਹਨਾਂ ਨੂੰ ਤਾਂ ਖੁੱਲ੍ਹੀ ਛੁੱਟੀ ਸੀ ਐਜ਼ MLA, ਜਿਹਦੇ ਮਰਜ਼ੀ ਖਿਲਾਫ ਬੋਲਦੇ ਇਹਨਾਂ ਨੂੰ ਅਹੁਦੇ ਮਿਲ ਗਏ। ਇਹਦਾ ਮਤਲਬ ਫਿਰ ਤੁਸੀਂ ਮੈਸੇਜ ਕੀ ਦੇ ਰਹੇ ਹੋ? ਰਾਜਾ ਵੜਿੰਗ ਨੇ ਇੱਥੋਂ ਇਲੈਕਸ਼ਨ ਲੜਿਆ, ਇਹ ਇੱਕ ਬੰਦੇ ਦੀ ਫੋਟੋ ਦਿਖਾਉਂਦੇ, ਇੱਕ ਪਿੰਡ ਦਾ ਸਰਪੰਚ ਨੇ ਜਿਹੜਾ ਸਾਡੇ ਨਾਲ ਹੁੰਦਾ ਸੀ, ਜਿਹੜਾ ਸਾਡਾ ਕਿਸੇ ਟਾਈਮ 'ਤੇ ਸਪੋਰਟਰ ਸੀ, ਉਹ ਸਾਨੂੰ ਛੱਡ ਕੇ ਤੇ ਅਕਾਲੀ ਦਲ ਜੁਆਇਨ ਕਰ ਗਏ। ਉੱਥੇ 6-7 ਵੱਡੇ ਪਿੰਡ ਹੈ, ਗੁਰੂਸਰ ਹੈ, ਭਲਾਈਆਣਾ ਹੈਗਾ, ਕੋਟ ਪਾਈ ਦੇ ਕੋਠੇ ਹੈ, ਇਹ ਸਾਰੇ ਸਰਪੰਚ ਦਾ ਪਹਿਲਾਂ PPP 'ਚ ਹੁੰਦੇ ਸਨ, ਸਾਰਿਆਂ ਨੇ ਇਹਦੀ ਸਪੋਰਟ ਕੀਤੀ। ਉਹ ਇਹ ਦੱਸਦਾ ਨਹੀਂ, ਜਿਹੜਾ ਇੱਕ ਖਿਲਾਫ ਚਲਾ ਗਿਆ ਉਹਦਾ ਇਸ਼ੂ ਬਣਾ ਲਿਆ ਇੱਕ ਬੰਦਾ, ਪਰ ਜਿਹੜੇ ਇੰਨੇ ਹੋਰ ਸੀਗੇ ਉਹ ਸਾਰੇ ਇਹਦੇ ਨਾਲ ਸੀ। ਦੇਖੋ, ਇਹ ਹੁਣ ਤੁਸੀਂ ਜਿੱਤ ਗਏ ਹੋ, ਇਹਨਾਂ ਨੇ ਇੱਕ ਪੇਜ ਬਣਾਏ ਹੋਏ ਆ ਸਪੋਰਟਰਸ ਆਫ ਰਾਜਾ ਵੜਿੰਗ ਫੈਨ ਕਲੱਬ, ਫਲਾਨਾ ਕਲੱਬ, ਤਿਮਕਾ ਕਲੱਬ, ਆਪ ਕੁਝ ਕਹਿਣਾ ਨਹੀਂ, ਉਹਨਾਂ ਨੂੰ ਕਹਿ ਦੇਣਾ। ਇਹ ਤਾਂ ਅਸੀਂ ਬਣਾ ਦਿੰਦੇ 3 ਪੇਜ ਕਿ ਸਪੋਰਟਰਸ ਆਫ ਮਨਪ੍ਰੀਤ ਸਿੰਘ ਬਾਦਲ ਤੇ ਕਾਂਗਰਸ ਦੀ ਧੱਜੀਆਂ ਹੋਣੀ ਸ਼ੁਰੂ ਕਰ ਦਿੰਦੇ ਆ। ਲੋਕ ਕਮਲੇ ਥੋੜ੍ਹੇ ਸਭ ਸਮਝ ਜਾਂਦੇ ਇਸ਼ਾਰਾ। ਸੋ ਇਹ ਕਿਤੇ ਨਾ ਕਿਤੇ ਇਹ ਗੱਲਾਂ ਰੋਕਣੀਆਂ ਪੈਣੀਆਂ। ਤੁਸੀਂ ਇੱਕੋ ਪਾਰਟੀ 'ਚ ਰਹਿ ਕੇ ਜਿਹੜੇ ਕਾਂਗਰਸ ਦੇ ਇੱਥੇ ਜਿਹੜੇ ਅੱਜ ਨਾਲ ਰਾਜਾ ਵੜਿੰਗ ਦੇ ਬੈਠਦੇ ਆ, ਉਹ ਇੱਥੇ ਜਗਰੂਪ ਗਿੱਲ ਦੀ ਸਪੋਰਟ ਕਰ ਰਹੇ ਸੀ, ਉੱਥੇ ਇੰਚਾਰਜ ਸੀ ਗਿੱਦੜਬਾਹਾ ਦੇ ਵਿੱਚ, ਫਿਰ ਕੀ ਮੈਸੇਜ ਮਿਲ ਰਿਹਾ? ਸੋ ਇਹ ਮੈਂ ਤਾਂ ਇਹੀ ਕਿਹਾ ਸੀਗਾ ਵੀ ਸਾਨੂੰ ਕੋਈ ਡਾਇਰੈਕਸ਼ਨ ਦਿਓ, ਕਿਉਂਕਿ ਇਹ ਜਿਹੜੀ ਇਹ ਗਲਤ ਪਾਸੇ ਮੈਸੇਜ ਆ ਰਿਹਾ। ਫਿਰ ਚਿੰਤਨ ਕਿਸ ਗੱਲ ਦਾ? ਫਿਰ ਤਾਂ ਕੋਈ ਫਾਇਦਾ ਹੀ ਨਹੀਂ ਚਿੰਤਨ ਦਾ, ਫਿਰ ਤਾਂ ਉਵੇਂ ਹੀ ਚੱਲੇ ਜਾਂਦਾ, ਸਪੀਚਾਂ ਦੇ ਦਿਓ ਅਤੇ ਵਾਪਸ ਆ ਜਾਓ। ਕਿਸੇ ਨੂੰ ਤਾੜਿਆ ਨਹੀਂ, ਕਿਸੇ ਨੂੰ ਕੁਝ ਕਿਹਾ ਨਹੀਂ ਹੈਗਾ। ਪਲੀਜ਼ ਐਟਲੀਸਟ ਤੁਸੀਂ ਕਿਸੇ ਨੂੰ ਡਾਇਰੈਕਸ਼ਨ ਦਿਓ। ਮੇਰੇ ਵਰਗੇ ਨੂੰ ਤਾੜ ਕੇ ਰੱਖੋ ਵੀ ਅੱਜ ਤੋਂ ਬਾਅਦ ਖਬਰ ਅੱਜ ਫੇਸਬੁੱਕ 'ਤੇ ਕੋਈ ਪੋਸਟ ਪਾਈ। ਫਿਰ ਇਹਨਾਂ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ, ਇੱਕ ਅਫਵਾਹਾਂ ਦਾ ਦੌਰ ਚੱਲ ਰਿਹਾ ਜੀ ਮਨਪ੍ਰੀਤ ਬਾਦਲ ਕਾਂਗਰਸ ਛੱਡ ਸਕਦੇ? ਇਹ ਬਿਆਨ ਨਾ ਮਨਪ੍ਰੀਤ ਬਾਦਲ ਦਾ, ਮਨਪ੍ਰੀਤ ਜੀ ਨਾਲ ਮੇਰੀ ਗੱਲ ਨਹੀਂ ਹੋਈ, ਬਾਹਰ ਗਏ, ਉਹਨਾਂ ਦੇ ਮਾਮਾ ਜੀ ਬੜੇ ਸੀਰੀਅਸ। ਇਹ ਮੇਰੇ ਆਪ ਦੇ ਲੋਕ ਕਹਿੰਦੇ ਸਵੇਰ ਦੇ ਤੁਸੀਂ ਕਾਂਗਰਸ ਛੱਡ ਰਹੇ ਹੋ ਕਿ ਨਹੀਂ। ਅਸੀਂ ਕਾਂਗਰਸ ਪਾਰਟੀ ਦੀ ਸੋਚ, ਕਾਂਗਰਸ ਪਾਰਟੀ ਦੇ ਝੰਡੇ ਥੱਲੇ ਕੰਮ ਕਰਾਂਗੇ। ਸਾਨੂੰ ਰਾਹੁਲ ਗਾਂਧੀ ਜੀ ਪਾਰਟੀ 'ਚ ਲੈ ਕੇ ਆਏ ਸੀ, ਠੀਕ ਹੈ ਜੀ। 2014 'ਚ ਉਹ ਇਸ ਚੀਜ਼ 'ਚ ਇੰਸਟਰੂਮੈਂਟਲ ਪ੍ਰਤਾਪ ਸਿੰਘ ਬਾਜਵਾ ਸੀ, ਕਿਉਂਕਿ ਉਦੋਂ ਮੌਜੂਦਾ ਸੀ, ਉਹਨਾਂ ਨੇ ਸਾਡੇ ਇੰਸਟਰੂਮੈਂਟਲ ਸੀ। ਰਾਹੁਲ ਗਾਂਧੀ ਜੀ ਨੇ ਮੀਟਿੰਗ ਕਰਾਈ। 2016 'ਚ ਕੈਪਟਨ ਸਾਹਿਬ ਨੇ ਮੀਟਿੰਗ ਕਰਾਈ। ਰਾਹੁਲ ਗਾਂਧੀ ਜੀ ਦੀ ਇੱਜ਼ਤ ਕਰਦੇ ਹਾਂ, ਉਹਨਾਂ ਨੇ ਬਹੁਤ ਸਾਨੂੰ ਇੱਜ਼ਤ ਦਿੱਤੀ ਹੈ। ਰਾਹੁਲ ਗਾਂਧੀ ਜੀ ਨੇ ਮਤਲਬ ਕਿ ਜਿੰਨੀ ਇੱਜ਼ਤ ਦਿੱਤੀ ਹੈ ਅਸੀਂ ਇਹ ਬਿਆਨ ਨਹੀਂ ਮੈਂ ਕਰ ਸਕਦਾ। ਪਰ ਇਹ ਜਿਹੜੇ ਥੱਲੇ ਹੈ ਨਾ, ਇਹ ਗੈਂਗ ਹੈ ਜਿਹੜੀ ਹਰੀਸ਼ ਚੌਧਰੀ ਜੋ ਜਾਖੜ ਸਾਹਿਬ ਨੇ ਕਿਹਾ, ਉਹ ਬਿਲਕੁਲ ਸਹੀ ਕਿਹਾ ਅਤੇ ਮੈਂ ਔਨ ਰੈਕਡ ਕਹਿ ਰਿਹਾ। ਰਾਹੁਲ ਗਾਂਧੀ 'ਚ ਕੋਈ ਫਾਲਟ ਨਹੀਂ ਹੈਗਾ। ਅਸੀਂ ਉਹਨਾਂ ਝੰਡੇ ਥੱਲੇ ਕੰਮ ਕਰਾਂਗੇ, ਪਰ ਅਸੀਂ ਆਸ਼ੂ ਹੋਰਾਂ ਦੇ ਥੱਲੇ ਲੱਗ ਕੇ ਨਹੀਂ ਕੰਮ ਕਰਦੇ। ਸੌਰੀ। ਠੀਕ ਹੈ, ਥੈਂਕ ਯੂ। ਹਰ ਇੱਕ ਮੀਟਿੰਗ 'ਚ ਆ ਕੇ ਇੱਥੇ ਰੌਲਾ ਪਾਉਂਦੇ ਨੇ। ਆਮ ਆਦਮੀ ਪਾਰਟੀ ਦੀ ਸਪੋਰਟ ਕੀਤੀ ਸੀ, ਜਗਰੂਪ ਗਿੱਲ ਦੀ ਕੀਤੀ ਸੀ ਜੀ, 'ਚ ਇੱਕ ਬਾਈਆ ਹੈਗਾ ਅਤੇ ਦਿਆਲ ਸਿੰਘ ਔਲਖ ਹੈਗਾ। ਉਹ ਜਦੋਂ ਸਾਰੇ MCs ਨੇ ਇੱਕ ਮੀਟਿੰਗ ਕਰਕੇ ਫੈਸਲਾ ਕਰ ਲਿਆ ਕਿ ਜੇ ਸਾਰੇ ਜਾਣੇ ਬੋਲਣਗੇ ਤਾਂ ਗੱਲ ਸੁਣੀ ਜਾਂਦੀ, ਹਾਂਜੀ, ਅਤੇ ਸਾਰਿਆਂ ਦੀ ਗੱਲ ਸੁਣੀ ਨਹੀਂ ਜਾਂਦੀ। ਇੱਕ ਬੰਦੇ ਨੂੰ ਅਥਾਰਟੀ ਦੇ ਦਿਓ ਬੋਲਣ ਦੀ। ਉਹਨਾਂ ਨੇ ਅਸ਼ੋਕ ਪ੍ਰਧਾਨ ਜੀ ਨੂੰ ਦੇ ਦਿੱਤੀ ਕਿ MCs ਵੱਲੋਂ ਉਹ MCs ਦਾ ਕੀ ਵਿਊ ਪੁਆਇੰਟ ਹੈਗਾ ਉਹ ਅੱਗੇ ਰੱਖ ਦੇਣ। ਉਹ 'ਚੋਂ ਫਿਰ ਉਹ ਖੜ੍ਹੇ ਹੋ ਕੇ ਕਹਿਣ ਲੱਗ ਗਏ ਵੀ ਅਸੀਂ ਨਹੀਂ MCs ਨੂੰ ਮੰਨਦੇ। ਫਿਰ ਉੱਥੇ ਫਿਰ ਰੌਲਾ ਪੈ ਗਿਆ, ਕਿਉਂਕਿ ਦੇਖੋ ਮਿਊਨਸਿਪਲ ਕਾਉਂਸਲਰ ਕਾਂਗਰਸ ਪਾਰਟੀ ਦੇ ਜਿੱਤੇ ਆ, ਪਹਿਲੀ ਵਾਰ 53 ਸਾਲਾਂ 'ਚ ਇੰਨੇ MC ਜਿੱਤੇ ਆ ਇੱਥੇ, ਅਤੇ ਜਿਹੜੇ ਬੰਦਿਆਂ ਨੇ ਵੋਟ ਹੀ ਨਹੀਂ ਪਾਈ ਕਾਂਗਰਸ ਨੂੰ, ਉਹਨਾਂ ਦਾ ਫਿਰ ਕੋਈ ਹੱਕ ਨਹੀਂ ਬਣਦਾ ਆ ਕੇ ਜਨਰਲ ਸੈਕਟਰੀ ਪੰਜਾਬ ਅਸ਼ੋਕ ਪ੍ਰਧਾਨ ਦੀ ਗੱਲ ਕੱਟਣ, ਅਰੁਣ ਵਧਾਵਨ ਦੀ ਗੱਲ ਕੱਟਣ, ਅਤੇ ਉਹ ਡਿਸਪਲਿਨ ਖਤਮ ਹੋ ਰਿਹਾ ਸੀ। ਫਿਰ ਉਹਨਾਂ ਨੇ ਫਿਰ ਰੌਲਾ ਇਹ ਪੈ ਗਿਆ ਵੀ ਇਹ ਜਿਨ੍ਹਾਂ ਨੇ ਆਪ ਨੂੰ ਵੋਟਾਂ ਪਾਈਏ ਬਾਹਰ ਜਾਣ ਦਫ਼ਤਰ 'ਚੋਂ, ਫਿਰ ਮੀਟਿੰਗ ਚੱਲੂਗੀ। ਉਹਨਾਂ 'ਚ ਥੋੜ੍ਹਾ ਜਿਹਾ ਫਿਰ ਉਹ ਐਂ ਹੁੰਦਾ ਨਾ ਵੀ 4 ਬੰਦੇ ਬੋਲਣ ਨੂੰ ਤਾਂ ਆਵਾਜ਼ ਉੱਚੀ ਹੈ, ਹਾਲ ਬੰਦ ਹੈਗਾ, ਆਵਾਜ਼ ਜ਼ਿਆਦਾ ਸੁਣਦੇ ਸਰ। ਭੇਜਿਆ ਨੇ ਉਹ ਰਿਕੁਐਸਟ ਕੀਤਾ, ਫਿਰ ਉਹ ਚਲੇ ਗਏ। ਇੱਕ ਤਾਂ ਦਿਆਲ ਔਲਖ ਹੈ, ਇੱਕ ਬਾਈਆ ਹੈਗਾ, ਹੋਰ ਕੌਣ ਹੈਗਾ? ਇਹੀ ਸੀ, ਦੋ ਹੀ ਸੀ। ਫਿਰ ਮੈਂ ਜੇ ਫਿਰ ਅਸੀਂ ਇੱਥੇ ਕਿਉਂ ਆਈਏ? ਨਹੀਂ, ਮੇਰਾ ਪਰਸਨਲ ਵਿਊ ਹੈ ਐਜ਼ ਪਾਰਟੀ ਵਰਕਰ। ਅੱਜ ਇੱਥੇ ਉਹੀ ਕਨਫਿਊਜ਼ਨ ਹੈ ਕਿ ਬਠਿੰਡਾ ਵਿੱਚ ਇੱਕ ਬਾਈ ਇਲੈਕਸ਼ਨ ਆਉਣ ਜਾ ਰਿਹਾ, 48 ਨੰਬਰ ਵਾਰਡ ਦੇ MC ਦਾ ਇਲੈਕਸ਼ਨ ਆਉਣ ਜਾ ਰਿਹਾ, ਕਿਉਂਕਿ ਉੱਥੋਂ ਦੇ MLA, ਉੱਥੋਂ ਦੇ MC MLA ਬਣ ਗਏ ਜਗਰੂਪ ਸਿੰਘ ਗਿੱਲ ਜੀ। ਜੇ ਪਾਰਟੀ ਇਕੱਠੀ ਇਲੈਕਸ਼ਨ ਲੜੂਗੀ ਤਾਂ ਅਸੀਂ ਫਾਈਟ ਦੇ ਸਕਾਂਗੇ। ਜੇ ਇੱਥੇ 2 ਧੜੇ ਬਣੇ ਤਾਂ ਫਿਰ ਇਹ ਅਸੀਂ ਇਲੈਕਸ਼ਨ ਹਾਰ ਜਾਵਾਂਗੇ। ਜਿੱਥੇ ਵੀ 2 ਧੜੇ ਹੁੰਦੇ ਹਮੇਸ਼ਾ ਇਲੈਕਸ਼ਨ ਹਾਰ ਜਾਈਦਾ।
ਸੋ ਮੇਰਾ ਟਵੀਟ ਕਰਨ ਦਾ ਇਹ ਮਤਲਬ ਸੀਗਾ ਕਿ ਪਾਰਟੀ ਵਰਕਰ ਨੂੰ ਇੱਕ ਡਾਇਰੈਕਸ਼ਨ ਜਾਣੀ ਚਾਹੀਦੀ ਹੈ। ਪਹਿਲੀ ਗੱਲ ਡਾਇਰੈਕਸ਼ਨ ਇਹ ਹੋਵੇ ਕਿ ਕੋਈ ਪਾਰਟੀ ਦੇ ਖਿਲਾਫ ਬੋਲੇ ਨਾ, ਜੇ ਕੋਈ ਬੋਲਦਾ ਹੈ ਤਾਂ ਉਹਦੇ ਸਵਾਲ ਕੀਤਾ ਜਾਵੇ। ਜੇ ਰਾਜਾ ਵੜਿੰਗ ਜੀ ਨੇ ਸਾਡੇ ਖਿਲਾਫ ਬੋਲਿਆ ਸੀ, ਉਹਨਾਂ ਨੂੰ ਸਵਾਲ ਕਿਉਂ ਨਹੀਂ ਕੀਤਾ ਗਿਆ? ਫਿਰ ਕੀ ਮੈਨੂੰ ਇਜਾਜ਼ਤ ਹੈ ਕਿਸੇ ਦੇ ਖਿਲਾਫ ਬੋਲਣ ਦੀ? ਕਿਸੇ ਹੋਰ ਵਰਕਰ ਨੂੰ ਇਜਾਜ਼ਤ ਹੈ ਖਿਲਾਫ ਬੋਲਣ ਦੀ? ਤੇ ਨਹੀਂ ਤਾਂ ਮੈਨੂੰ ਵੀ ਤਾੜੋ ਤੇ ਫਿਰ ਲੀਡਰਾਂ ਨੂੰ ਵੀ ਤਾੜੋ, ਕਿਉਂਕਿ ਇਸ ਪਾਰਟੀ ਵਿੱਚ ਜਾਨ ਵਰਕਰ ਪਾਉਂਦਾ। ਵਰਕਰ ਨੂੰ ਤਾਂ ਕਹਿ ਦਿੰਦੇ ਚੁੱਪ ਕਰਕੇ ਬਹਿ ਜਾ, ਤੂੰ ਬੋਲਣਾ, ਤੇ ਲੀਡਰ ਜੋ ਮਰਜ਼ੀ ਇੱਕ ਦੂਜੇ ਖਿਲਾਫ ਚਿੱਕੜ ਸਿੱਟੀ ਜਾਣ, ਫਿਰ ਤਾਂ ਗਲਤ ਗੱਲ ਹੈ। ਲੱਗਦਾ ਨਹੀਂ ਕੁਝ ਦੇਰੀ ਹੋ ਗਈ, ਗੱਲਾਂ ਤੁਹਾਨੂੰ ਪਹਿਲੇ ਕਰ ਦੇਣੀ ਚਾਹੀਦੀ। ਨਹੀਂ, ਉਹ ਐ ਹੈਗਾ ਮਨਪ੍ਰੀਤ ਜੀ ਅੱਜ ਤੱਕ ਕਦੀ ਕਿਸੇ ਦੇ ਖਿਲਾਫ ਨਹੀਂ ਬੋਲੇ। ਤੁਸੀਂ 5 ਸਾਲ ਅਸੀਂ ਇੱਥੇ ਐਮਐਲਏ ਰਹੇ, ਸਰੂਪ ਜੀਆਂ ਨੇ ਇੰਨਾ ਖਿਲਾਫ ਬੋਲੇ, ਕਦੀ ਉਹਨਾਂ ਦੀ ਸਪੀਚ ਸੁਣੀ ਸੀ ਮਨਪ੍ਰੀਤ ਜੀ ਦੀ? ਕਦੀ ਜਗਰੂਪ ਗਿੱਲ ਦੇ ਖਿਲਾਫ ਬੋਲੇ, ਕਦੀ ਕਿਸੇ ਨੈਸ਼ਨਲ ਲੀਡਰ ਦੇ ਖਿਲਾਫ ਕਦੀ ਬੋਲੇ। ਉਹਨਾਂ ਨੇ ਸਿਰਫ ਆਪਦਾ ਇੱਕ ਵਿਊ ਪੁਆਇੰਟ ਰੱਖਿਆ ਕਿ ਅਸੀਂ ਇੱਥੇ ਡਿਵੈਲਪਮੈਂਟ ਕੀਤੀ, ਲੋਕਾਂ ਨੇ ਸਾਡੀ ਗੱਲ ਤੇ ਨਹੀਂ ਵਿਸ਼ਵਾਸ ਕੀਤਾ, ਲੋਕਾਂ ਨੇ ਗੁੱਸਾ ਕੱਢਣਾ ਸੀ, ਗੁੱਸਾ ਕੱਢ ਲਿਆ। ਫਿਰ ਅਸੀਂ ਸ਼ਿਕਾਇਤ ਡਿਊਰਿੰਗ ਇਲੈਕਸ਼ਨਸ ਕਰਤੀ ਸੀ ਕਿ ਇਹਨਾਂ ਦੋਨਾਂ ਨੂੰ ਪਲੀਜ਼ ਕਾਈਂਡਲੀ ਕਹੋ ਕਿ ਇਹ ਪਾਰਟੀ ਦੇ ਕੈਂਡੀਡੇਟ ਦੇ ਖਿਲਾਫ ਨਾ ਬੋਲਣ। ਆਸ਼ੂ ਜੀ ਬੋਲੇ, ਕੋਈ ਐਕਸ਼ਨ ਨਹੀਂ ਹੋਇਆ। ਅਸੀਂ ਫਿਰ ਵੇਟ ਕੀਤੀ, ਇਲੈਕਸ਼ਨ ਤੋਂ ਬਾਅਦ ਵੇਟ ਕੀਤੀ, ਕੋਈ ਫਿਰ ਸਾਨੂੰ ਸੀ ਵੀ ਇਹ ਚਿੰਤਨ ਦੇ ਵਿੱਚ ਕੋਈ ਨਾ ਕੋਈ ਇਸ ਗੱਲ ਦਾ ਚਿੰਤਨ ਹੋਊਗਾ। ਸੋ ਹੁਣ ਇਹ ਇੱਕ ਤਰ੍ਹਾਂ ਦਾ ਡੈਮੋਕ੍ਰੈਟਿਕ ਵੇ ਹੈ ਆਫ, ਨਾ ਤਾਂ ਮੈਂ ਪਾਰਟੀ ਦੇ ਖਿਲਾਫ ਬੋਲਿਆ, ਨਾ ਮੈਂ ਰਾਜਾ ਵੜਿੰਗ ਦੇ ਖਿਲਾਫ ਬੋਲਿਆ। ਇੱਕ ਡੈਮੋਕ੍ਰੈਟਿਕ ਵੇ ਹੈ ਇੱਕ ਆਪਦਾ ਰੋਸ ਜ਼ਾਹਰ ਕਰਨੋਂ ਕਿ ਤੁਸੀਂ ਪਾਰਟੀ ਨੂੰ ਕੀ ਮੈਸੇਜ ਦੇ ਰਹੇ ਹੋ ਵਰਕਰ ਨੂੰ, ਕਿ ਜਿਹੜਾ ਮਰਜ਼ੀ ਜੋ ਮਰਜ਼ੀ ਬੋਲੀ ਜਾਵੇ। ਇੱਕ ਰੂਲ ਪਾਸ ਕਰੋ ਇੰਕਲੂਡਿੰਗ ਮੀ ਕਿ ਸੋਸ਼ਲ ਮੀਡੀਆ ਦੀ ਗਾਈਡਲਾਈਨਸ ਹੋਣੀਆਂ ਚਾਹੀਦੀਆਂ। ਕੌਣ ਕੀ ਪੋਸਟ ਕਰੇ, ਕੌਣ ਕੀ ਲਿਖ ਸਕਦਾ ਹੈ। ਵੀ ਜੈਜੀਤ ਸਿੰਘ ਜੌਹਲ ਆਦੀ ਫੇਸਬੁੱਕ ਪੇਜ ਤੇ ਇਹਨਾਂ ਗੱਲਾਂ ਤੋਂ ਇਲਾਵਾ ਪਾਰਟੀ ਦੀ ਗੱਲ ਨਹੀਂ ਕਰ ਸਕਦਾ। ਮੈਨੂੰ ਵੀ ਇਜਾਜ਼ਤ ਨਹੀਂ ਹੋਣੀ ਚਾਹੀਦੀ। ਤੇ ਜੇ ਲੀਡਰ ਆਪਸ ਲੱਤਾਂ ਨਾ ਖਿੱਚਣ ਤਾਂ ਫਿਰ ਵਰਕਰ ਵੀ ਹਟ ਜਾਣਗੇ। ਸੋ ਮੇਰਾ ਤਾਂ ਇੱਕ ਮੋਡ ਆਫ ਪ੍ਰੋਟੈਸਟ ਸੀਗਾ, ਹੋਰ ਕੋਈ ਨਹੀਂ। ਲੱਗਦਾ ਹੈ ਚਿੰਤਨ ਕੋ ਐਸੇ ਗ੍ਰੀਨ ਸਿਟੀ ਵਿੱਚ ਪਹਿਲੇ ਸਿਰ ਕੇ ਅਨਾ ਦਿਹਾਤੀ ਲੋਕਾਂ ਨੇ ਮੰਤਰੀ ਬਾਦਲ ਦੇ ਮੁੱਦੇ ਦਾ ਵਿਰੋਧ ਕੀਤਾ, ਜੋ ਹਰੀਸ਼ ਚੌਧਰੀ ਦੇ ਸੀਗੇ, ਇਸ ਦੇ ਲੀਡਰ ਉਹਦੇ ਮੰਤਰੀ ਬਾਦਲ ਦਾ ਵਿਰੋਧ ਕੀਤਾ। ਗ੍ਰਾਂਟ ਦੀ ਗੱਲ ਕਰੀਏ ਤਾਂ ਤੁਸੀਂ ਦੇਖੋ, ਜਦੋਂ ਸਾਡਾ ਵਿਰੋਧ ਹੋਇਆ ਅਸੀਂ ਕੁਝ ਕੀਤਾ? ਜੇ ਉਹ ਦਿਹਾਤੀ ਤੋਂ 50 ਬੰਦੇ ਲਿਆ ਕੇ ਨਾਅਰੇ ਲਾਤੇ, ਫਿਰ ਅਸੀਂ ਤਾਂ ਸ਼ਹਿਰ 'ਚ ਹੀ ਬੈਠੇ ਸੀ, 500 ਬੰਦਾ ਮੈਂ ਲਿਆ ਆਉਂਦਾ। ਉੱਥੇ ਸਾਰਾ ਇੰਤਜ਼ਾਮ ਕੀਤਾ ਸੀ ਮਨਪ੍ਰੀਤ ਬਾਦਲ ਦਾ ਸੀ। ਖਾਣੇ ਦਾ ਬਿੱਲ ਕਿਹਨੇ ਦਿੱਤਾ? ਮਨਪ੍ਰੀਤ ਬਾਦਲ ਨੇ। ਨਾ ਇਹ ਤਾਂ ਰੋਟੀਆਂ ਸਾਡੀਆਂ ਖਾ ਕੇ ਨਾ ਸਾਨੂੰ ਕਿਹਦੀ ਉਹ ਤਾਂ ਐਵੇਂ ਉਹਦੇ ਲਗੌੜਾਂ ਦਾ ਇੱਕ ਗਰੁੱਪ ਜਿਹਾ ਬਣਿਆ ਹੋਇਆ। ਕੀ ਹੈਗਾ ਉਹ ਗਰੁੱਪ? ਹੈਗਾ ਆਪਦੇ 'ਚ ਪਾਉਣ ਨਾ ਐਵੇਂ। ਬੜੀ ਡਿਮਾਂਡ ਹੋ ਰਹੀ ਹੈ ਸੋਸ਼ਲ ਮੀਡੀਆ ਤੇ ਕਿ ਬੜੇ ਬਾਹਰ ਦੀ ਬਾਈ ਇਲੈਕਸ਼ਨ ਹੋਣੀ ਹੈ, ਉੱਥੇ ਜੈਜੀਤ ਸਿੰਘ ਜੌਹਲ ਨੂੰ ਕੈਂਡੀਡੇਟ ਬਣਾਇਆ ਜਾਵੇ। ਨਹੀਂ, ਉਹ ਤਾਂ ਐਵੇਂ ਉਹ ਚੌੜ ਕਰੀ ਜਾਂਦੇ ਆ, ਮੈਨੂੰ ਮਰਾਉਣਗੇ। ਤੇ ਇੱਕ ਇਹ ਇਲੈਕਸ਼ਨਸ ਵੇਲੇ ਇੱਕ ਸਰਵੇ ਹੋਇਆ ਸੀ ਸਾਰੇ 50 ਵਾਰਡਾਂ ਦਾ। ਉਹੀ ਸਰਵੇ ਮਨਪ੍ਰੀਤ ਜੀ ਨੇ ਕਿਹਾ ਪਾਰਟੀ ਨੂੰ, ਅਸੀਂ ਉਹੀ ਇੱਥੇ ਇਹ ਕਿਹਾ ਕਿ 48 ਨੰਬਰ ਵੀ ਜਿਹੜਾ ਇਲੈਕਸ਼ਨ ਆਊਗਾ ਆਪਾਂ ਇੱਕ ਸਰਵੇ ਕਰਾਂਗੇ, ਪਰ ਸਾਨੂੰ ਇਕੱਠੇ ਹੋ ਕੇ ਲੜਨਾ ਪੈਣਾ। ਦੋ ਧੜੇ ਨਹੀਂ ਇਲੈਕਸ਼ਨ ਲੜ ਸਕਦੇ। ਸਾਡੇ ਕੋਲ ਇੰਨੇ ਵਰਕਰ ਹੈ, ਜੇ ਸਾਰੇ ਵਰਕਰ ਇੱਕ ਘਰ ਮਸਾਂ ਇੱਕ ਵਰਕਰ ਨੂੰ ਆਊਗਾ ਤੇ ਅਸੀਂ ਸੀਟ ਤੇ ਪੂਰੀ ਫਾਈਟ ਦੇਵਾਂਗੇ। ਪਰ ਜੇ ਅਸੀਂ ਇੱਥੇ ਦੋ ਪਾਸੇ ਚੱਲ ਪਏ ਫਿਰ ਅਸੀਂ ਸੀਟ ਹਾਰ ਜਾਵਾਂਗੇ। ਇਹ ਸਾਡਾ ਕੋਈ ਗਰੁੱਪ ਨਹੀਂ ਹੈਗਾ, ਕਾਂਗਰਸ ਪਾਰਟੀ ਹੈ। ਹਾਂ, ਨਹੀਂ ਐ ਨਹੀਂ ਹੈਗਾ। ਉਹਨਾਂ ਨੂੰ ਇੱਕ ਫੀਲਿੰਗ ਇਹ ਆਈ ਹੈ ਕਿ ਸ਼ਾਇਦ ਕਿਉਂਕਿ ਮਨਪ੍ਰੀਤ ਜੀ ਨੂੰ ਬਾਹਰ ਜਾਣਾ ਪੈ ਗਿਆ, ਮਨਪ੍ਰੀਤ ਜੀ ਬਾਹਰ ਸੀ 15-20 ਦਿਨ ਦੇ, ਉਹਨਾਂ ਨੂੰ ਇਹ ਫੀਲਿੰਗ ਹੋ ਗਿਆ ਵੀ ਸ਼ਾਇਦ ਕਾਂਗਰਸ ਪਾਰਟੀ ਨੇ ਮਨਪ੍ਰੀਤ ਜੀ ਨੂੰ ਆਈਸੋਲੇਟ ਕਰਤਾ। ਸੋ ਐਮਸੀਜ਼ ਥੋੜ੍ਹਾ ਘਬਰਾ ਗਏ ਸੀ। ਉਹਨਾਂ ਨੂੰ ਇਹ ਹੋ ਗਿਆ ਵੀ ਸਾਡੇ ਲੀਡਰ ਨੂੰ ਤੁਸੀਂ ਨਜ਼ਰਅੰਦਾਜ਼ ਨਾ ਕਰੋ, ਕਿਉਂਕਿ ਪਹਿਲੀ ਵਾਰ ਹੋਇਆ 53 ਸਾਲਾਂ 'ਚ ਕਿ ਇੰਨੇ ਐਮਸੀ ਜਿੱਤ ਗਏ। ਝੁੰਬਾ ਸਾਹਿਬ ਕੋਲ ਖੜੇ ਆ, ਇਹਨਾਂ ਨੇ ਇਹੀ ਗੱਲ ਕਹੀ ਹੈ ਕਿ ਮਨਪ੍ਰੀਤ ਜੀ ਨੂੰ ਤੁਸੀਂ ਨਜ਼ਰਅੰਦਾਜ਼ ਕਰਕੇ ਇੱਥੇ ਕੋਈ ਵੀ ਚੋਣ ਨਾ ਕਰਿਓ। ਜਿਹੜੀ ਚੋਣ ਕਰਨੀ ਆ ਉਹਦਾ ਡੈਮੋਕ੍ਰੈਟਿਕ ਪ੍ਰੋਸੈਸ ਹੋਣਾ ਚਾਹੀਦਾ। ਅਰੁਣ ਜੀ ਨੇ ਗੱਲ ਕਹੀ ਹੈ, ਅਸ਼ੋਕ ਜੀ ਨੇ ਕਹੀ ਹੈ ਕਿ ਡਰਾਇੰਗ ਰੂਮ 'ਚ ਬਹਿ ਕੇ ਫੈਸਲਾ ਨਾ ਕਰ ਲਿਓ ਕਿ ਇਹਨੂੰ ਬਲੌਕ ਬਣਾਤਾ, ਇਹਨੂੰ ਜਿਹੜੇ ਵੀ 4-5 ਚਮਚੇ ਆਲੇ ਦੁਆਲੇ ਘੁੰਮਦੇ ਆ ਕਿਸੇ ਨੂੰ, ਉਹ ਇਹਨਾਂ ਨੂੰ ਮਨਜ਼ੂਰ ਨਹੀਂ ਹੈਗਾ ਕਿਸੇ ਵੀ ਐਮਸੀ ਨੂੰ। ਕਿ ਇੱਕ ਇਲੈਕਸ਼ਨ ਹੋਣਾ ਚਾਹੀਦਾ, ਕੋਈ ਲੀਡਰ 5 ਚਮਚਿਆਂ ਦੇ ਕਹਿਣ ਤੇ ਨਾ ਕੋਈ ਚੁਣਿਆ ਜਾਵੇ। ਹਾਂਜੀ ਪ੍ਰਧਾਨ ਜੀ, ਕੀ ਕਹਿਣਾ ਚਾਹੁੰਦੇ ਮੀਟਿੰਗ ਵਿੱਚ?
ਸਰ ਇਹ ਇਲੈਕਸ਼ਨ ਪ੍ਰੋਸੈਸ ਹੈ। ਆਲ ਇੰਡੀਆ ਕਾਂਗਰਸ ਕਮੇਟੀ ਦੇ ਦਿਸ਼ਾ ਨਿਰਦੇਸ਼ ਦੇ ਉੱਤੇ ਡੀਆਰਓ ਸਾਹਿਬ ਆਏ ਸੀ ਰਾਜਸਥਾਨ ਤੋਂ, ਇਹ ਸੈਕਟਰੀ ਨੇ ਉੱਥੋਂ ਦੇ, ਤੇ ਅੱਜ ਇਹਨਾਂ ਨੇ ਇੱਛਾ ਜ਼ਾਹਰ ਕੀਤੀ ਸੀ ਵੀ ਅਲੱਗ-ਅਲੱਗ ਵਾਰਡ ਦੇ ਐਮਸੀਆਂ ਨੂੰ ਜਾਂ ਜਿਹੜੇ ਪ੍ਰੋਮੀਨੈਂਟ ਲੀਡਰ ਹੈ ਕਾਂਗਰਸ ਦੇ ਉਹਨਾਂ ਨੂੰ ਮਿਲਣਾ ਹੈ, ਤੇ ਉਸ ਸਿਲਸਿਲੇ 'ਚ ਅੱਜ ਮੀਟਿੰਗ ਸੀ। ਇੱਕ ਪ੍ਰਧਾਨ ਜੀ ਪਤਾ ਲੱਗਿਆ ਕਿ ਕੁਝ ਆਗੂਆਂ ਨੇ ਆਬਜੈਕਸ਼ਨ ਉਠਾਇਆ, ਇਤਰਾਜ਼ ਉਠਾਇਆ ਇਸ ਪ੍ਰਕਿਰਿਆ ਦੀ ਉਂਗਲ ਉਠਾਈ ਹੈ ਕਿ ਲੋਕ ਸੋ ਰਹੀ ਹੈ। ਨਹੀਂ, ਇਸ ਤਰ੍ਹਾਂ ਜੀ ਵੇਖੋ, ਆਪਣੀ ਡੈਮੋਕ੍ਰੇਸੀ ਹੈ, ਜੇ ਡੈਮੋਕ੍ਰੇਸੀ ਹੈ ਤਾਂ ਹੀ ਅਸੀਂ ਇਹ ਡੈਮੋਕ੍ਰੈਟਿਕ ਸੈਟਅਪ ਨਾਲ ਚੁਣ ਰਹੇ ਹਾਂ ਜੀ। ਵੈਸੇ ਬਾਕੀਆਂ ਪਾਰਟੀਆਂ ਉੱਤੋਂ ਬਣਾ ਦਿੰਦੇ ਵੀ ਆਹ ਪ੍ਰਧਾਨ ਹੈ ਜੀ, ਜੇ ਇਹ ਡੈਮੋਕ੍ਰੈਟਿਕ ਸੈਟਅਪ ਨਾਲ ਚੁਣ ਰਹੇ ਹੈ ਵਧੀਆ, ਤੇ ਇਹਦੇ ਵਿੱਚ ਜੇ ਕੋਈ ਸਵਾਲ ਉਠਾ ਰਿਹਾ ਹੈ ਇਹਦਾ ਮਤਲਬ ਕਿੰਨੀ ਕੁ ਵਧੀਆ ਡੈਮੋਕ੍ਰੇਸੀ ਹੈ ਸਾਡੀ ਪਾਰਟੀ 'ਚ, ਵੀ ਹਰੇਕ ਵਰਕਰ ਜਾਂ ਹਰੇਕ ਲੀਡਰ ਸਵਾਲ ਵੀ ਉਠਾ ਸਕਦਾ ਹੈ। ਉਹਨਾਂ ਦੀ ਉਹਨਾਂ ਦਾ ਜਿਹੜਾ ਕੁਐਸਚਨ ਸੀ ਉਹਦਾ ਆਨਸਰ ਬਿਲਕੁਲ ਸਹੀ ਰੂਪ 'ਚ ਉਹਨਾਂ ਨੂੰ ਦੇ ਵੀ ਦਿੱਤਾ ਗਿਆ ਹੈ, ਤੇ ਉਹਨਾਂ ਨੂੰ ਉਸ ਤੋਂ ਬਾਅਦ ਸੈਟੀਸਫਾਈ ਕਰਾ ਦਿੱਤਾ। ਪਰ ਹਾਈ ਕਮਾਂਡ ਨੇ ਤਾਂ ਇਹੀ ਇਹਨਾਂ ਨੇ ਆਪਣਾ ਜਾਖੜ ਸਾਹਿਬ ਨੇ ਡੈਮੋਕ੍ਰੇਸੀ ਦੀ ਆਵਾਜ਼ ਉਠਾਈ ਸੀ, ਜਾਖੜ ਸਾਹਿਬ ਨੂੰ ਬਾਹਰ ਦਾ ਰਸਤਾ ਦਿਖਾਤਾ। ਨਹੀਂ, ਉਹ ਮੇਰੇ ਲੈਵਲ ਦੀ ਗੱਲ ਨਹੀਂ। ਤੁਸੀਂ ਪ੍ਰਧਾਨ ਜੀ ਕੀ ਲੱਗਦਾ ਕਿ ਇਹ ਮੀਟਿੰਗ ਵਿੱਚ ਲੜਾਈ ਝਗੜਾ ਹੋਣਾ ਕਿੱਦਾਂ ਜਾਏਗਾ? ਭਾਜੀ ਮੇਰੀ ਇਹ ਸਮਝਦਾ ਵੀ ਇਹ ਤਾਂ ਇੱਕ ਕੁਦਰਤੀ ਫਿਨੋਮੇਨਾ ਹੈ। ਜੇ ਕੋਈ ਦੋ ਬੰਦਿਆਂ ਦੇ ਵਿਚਾਰ ਨਹੀਂ ਮਿਲਦੇ ਤਾਂ ਇੱਕੋ ਛੱਤ ਥੱਲੇ ਇਕੱਠੇ ਹੋ ਜਾਂਦੇ ਆ ਤੇ ਉਹ ਲੜ ਪੈਂਦੇ ਆ। ਅੱਜ ਕਿਸੇ ਇੱਕ ਵਰਕਰ ਨੇ ਸਾਰੇ ਐਮਸੀਆਂ ਦੇ ਬਾਰੇ ਕੁਝ ਗਲਤ ਬੋਲਤਾ ਤੇ ਫਿਰ ਸਾਰੇ ਐਮਸੀਆਂ ਨੂੰ ਉਹਦੇ ਬਾਰੇ ਆਬਜੈਕਸ਼ਨ ਕੀਤਾ। ਮੇਰੇ ਹਿਸਾਬ ਦੇ ਵਿੱਚ ਕੋਈ ਖਾਸ ਗੱਲ ਨਹੀਂ ਹੋਈ। ਮੈਂ ਉਹਦਾ ਨਾਮ ਨਹੀਂ ਜਾਣਦਾ ਜੀ, ਕੀ ਨਾਮ ਹੈ? ਨਹੀਂ ਐਮਸੀ ਨਹੀਂ, ਉਹ ਵੈਸੇ ਵਰਕਰ ਹੈ। ਉਹ ਭਾਜੀ ਸਾਡਾ ਕਾਂਗਰਸ ਦਾ ਵਰਕਰ ਨਹੀਂ ਸੀ, ਸੌਰੀ। ਨਹੀਂ ਜੀ, ਨਹੀਂ ਕਾਂਗਰਸ ਦਾ ਵਰਕਰ ਨਹੀਂ ਸੀ। ਭਾਈ ਜੀ ਵੇਖੋ, ਮੈਂ ਤੁਹਾਨੂੰ ਪਹਿਲੇ ਕਹਿ ਰਿਹਾ ਵੀ ਸਾਡਾ ਓਪਨ ਸੱਦਾ ਸੀ ਵੀ ਜਿਹੜਾ ਮਰਜ਼ੀ ਵਰਕਰ ਆ ਕੇ ਕਰ ਦੇਵੇ, ਤੇ ਉਹ ਆਪਣੇ ਆਪ ਨੂੰ ਕਲੇਮ ਕਰ ਰਿਹਾ ਸੀਗਾ ਵੀ ਮੈਂ ਵਰਕਰ ਹਾਂ, ਤੇ ਅਸੀਂ ਉਹਨੂੰ ਅੰਦਰ ਆਉਣ ਦਿੱਤਾ। ਜਦੋਂ ਉਹਨਾਂ ਨੇ ਐਮਸੀਆਂ ਦੀ ਸ਼ਾਨ ਦੇ ਵਿੱਚ ਗੁਸਤਾਖੀ ਕੀਤੀ ਤੇ ਸਾਰੇ ਐਮਸੀਆਂ ਨੇ ਆਬਜੈਕਸ਼ਨ ਕੀਤਾ ਤੇ ਅਸੀਂ ਉਹਨੂੰ ਰਿਕੁਐਸਟ ਕੀਤੀ, ਉਹ ਚਲੇ ਗਏ ਜੀ ਇੱਥੋਂ। ਪ੍ਰਧਾਨ ਜੀ ਇੱਕ ਇਹ ਵੀ ਮਾਮਲਾ ਆਇਆ ਸੀਗਾ ਕਿ ਕੁਝ ਤੁਹਾਡੇ ਐਮਸੀਆਂ ਨੇ ਜਾਂ ਹੋਰ ਇਹ ਆਬਜੈਕਸ਼ਨ ਉਠਾਇਆ ਸੀ ਕਿ ਕੁਝ ਬੰਦਿਆਂ ਨੇ ਪਿਛਲੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਮਦਦ ਕਰੀ, ਉਹਨਾਂ ਨੂੰ ਬਾਹਰ ਕੀਤਾ ਜਾਵੇ। ਉਹ ਕਿਹੜੇ ਬੰਦੇ ਸੀ ਜਿਨ੍ਹਾਂ ਨੂੰ ਤੁਸੀਂ? ਨਹੀਂ, ਮੇਰੇ ਕੋਲ ਕੋਈ ਕੰਪਲੇਂਟ ਨਹੀਂ ਆਈ ਭਾਜੀ ਇਹ ਜੀ। ਨਹੀਂ, ਅੱਜ ਇੱਥੇ ਰੌਲਾ ਪਿਆ ਇਸ ਮਾਮਲੇ 'ਚ ਵੀ ਉਹਨਾਂ ਨੂੰ ਬਾਹਰ ਕੱਢਿਆ ਜਾਵੇ, ਹਾਂਜੀ ਵੀ ਜਿਨ੍ਹਾਂ ਨੇ ਆਮ ਦੀ ਮਦਦ ਕੀਤੀ ਹੈ ਹਾਂਜੀ। ਸਰਕਾਰ ਉਹਨਾਂ ਦੀ, ਉਹਨਾਂ ਨੂੰ ਬਠਿੰਡੇ ਬਾਹਰ ਕੌਣ ਕੱਢੂਗਾ? ਪ੍ਰਧਾਨ ਜੀ ਤੁਸੀਂ ਵੀ ਪ੍ਰਧਾਨ ਹੋ ਹਨਾ, ਵੀ ਵਰਕਰਾਂ ਨੇ ਵਿਰੋਧ ਕੀਤਾ ਵੀ ਜਿਹੜੇ ਮੌਜੂਦਾ ਪ੍ਰਧਾਨ ਨੇ ਰਾਜਾ ਵੜਿੰਗ ਹਨਾ, ਉਹਨੇ ਮੰਤਰੀ ਬਾਦਲ ਦੇ ਖਿਲਾਫ ਜੋ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਸੀ, ਪਰ ਉਹਨਾਂ ਨੂੰ ਕੋਈ ਅਧਿਕਾਰ ਨਹੀਂ ਸੀ। ਨਹੀਂ, ਕਿਸੇ ਵਰਕਰ ਨੇ ਨਹੀਂ ਕੀਤਾ, ਕਿਸੇ ਵਰਕਰ ਨੇ ਨਹੀਂ ਕੀਤਾ। ਉਹਨਾਂ ਦੇ ਜਿਹੜੇ ਬ੍ਰਦਰ ਇਨ ਲਾ ਹੈ ਉਹਨਾਂ ਨੇ ਕੁਐਸਚਨ ਪੁੱਟ ਕੀਤਾ, ਉਹ ਸਾਡਾ ਉਹਦੇ ਨਾਲ ਕੋਈ ਉਹ ਨਹੀਂ ਹੈਗਾ। ਇੱਥੋਂ ਦੇ ਕਿਸੇ ਵਰਕਰ ਨੇ ਨਹੀਂ ਕੀਤਾ। ਇਹ ਬਿਲਕੁਲ ਕੌਣ ਜੀ? ਨਹੀਂ ਭਾਜੀ, ਮੈਂ ਉਹਨਾਂ ਤੋਂ ਕੁਐਸਚਨ ਜੇ ਤੁਸੀਂ ਕਰ ਲਓ ਤੇ ਬਿਹਤਰ ਹੈ। ਮੈਨੂੰ ਪਤਾ ਨਹੀਂ ਨਾ ਉਹਨਾਂ ਨੇ ਕਿਸ ਪ੍ਰਧਾਨ ਹੋ ਜੀ, ਪ੍ਰਧਾਨ ਸਾਰੀ ਕਾਂਗਰਸ ਨੂੰ ਸਵਾਲ ਕੀਤਾ ਤੁਸੀਂ ਪ੍ਰਧਾਨ ਹੋ, ਤੁਸੀਂ ਜ਼ਿਲ੍ਹਾ ਪ੍ਰਧਾਨ। ਨਹੀਂ, ਉਹਨਾਂ ਨੇ ਸਾਰੀ ਕਾਂਗਰਸ ਨੂੰ ਨਹੀਂ, ਉਹਨਾਂ ਨੇ ਹਾਈ ਕਮਾਂਡ ਨੂੰ ਕੀਤਾ ਹੈ, ਤੇ ਅਸੀਂ ਵੀ ਕਾਂਗਰਸ ਹੀ ਆ। ਨਹੀਂ ਭਾਜੀ, ਅਸੀਂ ਉਹਨਾਂ ਨੂੰ ਪੁੱਛ ਲਾਂਗੇ, ਉਹਨਾਂ ਨੂੰ ਪੁੱਛ। ਨਹੀਂ, ਕੋਈ ਕਾਰਵਾਈ ਨਹੀਂ ਹੋਊਗੀ ਯਾਰ। ਵੇਖੋ ਸਾਡਾ ਪਰਿਵਾਰ ਹੈ, ਇੱਕ ਆਪਸ ਦੇ ਵਿੱਚ ਦੋ ਭਾਂਡੇ ਪਏ ਵੀ ਖੜਕ ਪੈਂਦੇ ਆ, ਇਸ ਕਰਕੇ ਕੋਈ ਕਾਰਵਾਈ ਨਹੀਂ। ਅਸੀਂ ਵੇਖੋ ਸਾਰੇ ਅਸੀਂ ਵੱਡੇ ਜਿਹੜੇ ਮੋਢੀ ਹੈ, ਪ੍ਰਧਾਨ ਸਾਬਕਾ ਪ੍ਰਧਾਨ ਵੀ ਸਾਰੇ ਬੈਠਾਂਗੇ, ਜੋ ਕੋਈ ਉਚਿਤ ਗੱਲ ਹੋਈ ਅਸੀਂ ਉਹਨਾਂ ਨੂੰ ਸਮਝਾਵਾਂਗੇ ਵੀ ਆਪਣਾ ਪਰਿਵਾਰ ਇਸ ਤਰ੍ਹਾਂ ਮਜ਼ਬੂਤ ਨਹੀਂ ਹੁੰਦਾ। ਕੁਝ ਬਾਹਰ ਸਾਡੇ ਨਾਲ ਸੀਨੀਅਰ ਲੀਡਰਾਂ ਨਾਲ ਗੱਲਬਾਤ ਹੋਈ ਸੀ, ਉਹ ਕਹਿੰਦੇ ਵੀ ਚੋਣਾਂ 'ਚ ਟੀਮ ਦੀ ਹਾਰ ਹੋਈ ਆ, ਬਦਲਾਅ ਜ਼ਰੂਰੀ ਆ, ਨਵੀਂ ਟੀਮ ਬਣਾਉਣੀ ਜ਼ਰੂਰੀ ਆ। ਬਦਲਾਅ ਤਾਂ ਪੰਜਾਬ 'ਚ ਹੋ ਗਿਆ ਜੀ ਹੁਣ। ਨਵੀਂ ਟੀਮ ਇੱਥੇ ਮੌਜੂਦਾ ਨਹੀਂ, ਫਿਰ ਉਹ ਉਸੇ ਟੀਮ ਵਾਸਤੇ, ਮੌਜੂਦਾ ਜਿਹੜੀ ਟੀਮ ਦੇ ਬਦਲਾਅ ਵਾਸਤੇ ਹੀ ਕਾਂਗਰਸ ਹਾਈ ਕਮਾਨ ਨੇ ਸਾਰਾ ਇਹ ਉਪਰਾਲਾ ਕੀਤਾ। ਇਹ ਰਾਜਸਥਾਨ ਤੋਂ ਆਏ ਹੈ, ਇਹ ਕੋਟਕਪੂਰੇ ਤੋਂ ਆਏ ਹੈ, ਇਹ ਗਿੱਦੜਵਾ ਤੋਂ ਆਏ ਹੈ, APRO ਨੇ ਵੀ ਹਾਲੀ ਆਉਣਾ ਹੈ। ਸਾਡੇ ਉੱਪਰ ਜ਼ਿਲ੍ਹੇ ਦੇ ਉੱਤੇ ਕੁਸ਼ਲਦੀਪ ਢਿੱਲੋਂ ਲਗਾਏ ਹੈ ਜਿਹੜੇ ਵਾਈਸ ਪ੍ਰਧਾਨ ਹੈ ਪੰਜਾਬ ਦੇ, ਉਸੇ ਵਾਸਤੇ ਭਾਜੀ ਹੋ ਰਿਹਾ ਇਹ। ਵੈਸੇ ਕੋਈ ਇਕੱਲਾ ਹਾਰ ਕਰਕੇ ਨਹੀਂ ਅਸੀਂ ਕਰਦੇ, ਅਸੀਂ ਹਰੇਕ 5 ਸਾਲਾਂ ਬਾਅਦ ਇਹ ਪ੍ਰੋਸੈਸ ਕਰਦੇ ਹਾਂ, ਕਿਉਂਕਿ ਕਾਂਗਰਸ ਇੱਕ ਡੈਮੋਕ੍ਰੈਟਿਕ ਸੈਟਅਪ ਹੈ। ਇਹਦੇ ਵਿੱਚ ਭਾਵੇਂ ਯੂਥ ਕਾਂਗਰਸ ਦੀ ਇਲੈਕਸ਼ਨ ਹੈ, ਭਾਵੇਂ ਸਾਰੀ ਇਲੈਕਸ਼ਨ ਪ੍ਰੋਸੈਸ ਨਾਲ ਹੀ ਹੁੰਦੀ ਹੈ। ਅਰੁਣ ਜੀ ਤੁਸੀਂ ਪਲੀਜ਼ ਬਾਰ-ਬਾਰ ਕਹਿ ਰਹੇ ਹੋ ਸਰ ਡੈਮੋਕ੍ਰੈਟਿਕ ਸੈਟਅਪ ਹੈ, ਲੇਕਿਨ ਡੀਆਰਓ ਨੂੰ ਸੁਣਿਆ ਨਹੀਂ ਗਿਆ। ਡੀਆਰਓ ਦੇ ਬੋਲਣ ਤੋਂ ਪਹਿਲਾਂ ਹੀ ਬਹੁਤ ਸਾਰਾ ਕੰਮ ਹੋ ਗਿਆ। ਨਹੀਂ ਬੋਲਿਆ ਇਹ, ਇਹਨਾਂ ਨੇ ਸਾਰਿਆਂ ਨੂੰ ਸੁਣਿਆ ਵੀ ਹੈ। ਪੁੱਛ ਲਓ ਡੀਆਰਓ ਸਾਹਿਬ ਨੂੰ ਤੁਸੀਂ। मैं तो ये बात ਇਹਨਾਂ ਦੇ ਕੋਈ ਕੁਐਸਚਨ ਮਾਰਕ ਨਹੀਂ ਆ। 1 to 1 बात करी। नहीं ਇਹਨਾਂ ਦਾ ਕੋਈ ਕੁਐਸਚਨ ਮਾਰਕ ਨਹੀਂ 1 to 1 बात करी हमने, सबकी सुनी है ਇਹਨਾਂ ਤੇ ਕੋਈ ਕੁਐਸਚਨ ਨਹੀਂ ਮਾਰਕ। डीआरओ साहब जी। थोड़ा सा आगे हो जाए। जी जी आप ये बताएं कि आपकी अगुवाई की आज मीटिंग थी जहाँ, जी आज जहाँ जो हो हल्ला हुआ है उसके जी। लिए आप क्या समझते हैं कि ऐसा होना चाहिए था कांग्रेस पर? नहीं, ऐसी कोई बात नहीं है जी। ये कांग्रेस परिवार है, कांग्रेस पार्टी एक परिवार है। परिवार में सबकी सुननी पड़ती है, सबको कहना पड़ता है, सबको अधिकार है, लोकतंत्र है ये। और ऐसी कोई बात नहीं है। सब हम जो करेंगे
वो पारदर्शी और निष्पक्षता के साथ ही संगठन चुनाव जो प्रोसेस है जो सन 2022 का AICC के द्वारा निर्मित है, वो हम सब सरकार की बात कर रहे हो, हर एक अपना राग लाप रहा है, फिर ये तरक्की कैसे करेगी कांग्रेस? नहीं, ऐसी क्या बात है जी, तरक्की क्या बात है? नहीं, प्रतिरोध तो एक तो राइट है, बात करने का हक सबको है, अपनी बात करते हैं सब। बात करने में और आरोप लगाने में फर्क हुआ ना। नहीं जी, ऐसी कोई बात ही नहीं, अभी आज तो कोई ऐसी बात ही नहीं है। हमने सुनवाई करी, हमने 1 to 1 बात करी, सबने अपनी बात करी। आपके आने से पहले जहाँ से जो विधायक थे, वित्त मंत्री थे, उनके रिश्तेदार द्वारा इतनी बड़ी बात कहते नहीं, कोई छोटी मोटी बात तो है नहीं। सोशल मीडिया पे ट्वीट किया गया, उनको बकायदा 2 आपके सीनियर 3 लीडर का लेकर, पंजाब के जो प्रधान है उनका नाम लेकर उन्होंने ट्वीट किया है। नहीं जी, ऐसी तो क्या कोई ऐसी कोई बात नहीं है जैसे मतलब आप बताना चाह रहे हैं मुझे, मेरी मतलब उसको नॉलेज में तो नहीं है ये बात। अच्छा, लास्ट मंथ जी, MC ने मांग की है कि अगर जो भी जहाँ का प्रेसिडेंट बनाना है, ब्लॉक प्रेसिडेंट जी, बनाना जी, है, वो मनप्रीत के कहने पर मनप्रीत के आदमी हो या मनप्रीत जिस पर राजी हो वो बनाए। आप क्या समझते हैं, ये डेमोक्रेसी में सही है? लोकतंत्र में जिसकी आवाज़ होती है उस आवाज़ पे काम चलता है, काम होता है, वो आला कमान तय करेगा, हम बात आगे प्रोसेस करेंगे उस बात को। नहीं, आवाज़ लोगों की होती है या मतलब कि लोगों ने तो फैसला सुना दिया था? नहीं तो जैसे पार्टी की कहीं हित की बात आती है, पार्टी आवाज वर्कर की सुनोगे या वित्त मंत्री? नहीं, वर्कर की सुनेंगे बात, तो कार्यकर्ता की सुनेंगे बात। ठीक है, थैंक यू।